प्यारे वीरो, बच्चों ते बच्चियों, कदी कदी मैं सोचता हाँ ते सोच के उदास हुंदा हाँ कि ਜਿਹੜੇ ਮਨੁੱਖ ਜਿਉਂਦੇ ਜੀ ਸਮਾਜ ਦੇ ਵਿੱਚ ਕੋਈ ਬਦਲ ਲਿਆ ਸਕਦੇ ਆ। ਸਮਾਜ ਤੇ ਮੌਕੇ ਦੇ ਹਾਕਮ ਉਸ ਨਾਲ ਦੁਸ਼ਮਣੀ ਕਰਨ ਤੋਂ ਕੋਈ ਗਰੇਜ਼ ਨਹੀਂ ਕਰਦੇ। ਪਰ ਹਾਕਮ ਜਮਾਤ ਆਪਣਾ ਕੋਈ ਮੌਕਾ ਨਹੀਂ ਗਵਾਉਂਦੀ ਕਿ ਕਿਸੇ ਯੋਗ ਆਦਮੀ ਨੂੰ ਜਿਹੜਾ ਹਾਕਮ ਜਮਾਤ ਦੀਆਂ ਜੜ੍ਹਾਂ ਪੱਕੀਆਂ ਕਰ ਸਕੇ ਉਹਨੂੰ ਉਹ ਛੇਤੀ ਕੀਤੇ ਨਾ ਤਾਂ ਮਰਨ ਦਿੰਦੇ ਆ ਔਰ ਨਾ ਛੇਤੀ ਕੀਤੇ ਗਵਾਉਂਦੇ ਆ। ਮੈਂ ਇੱਕ ਉਦਾਹਰਨ ਦੇਣੀ ਚਾਹੂੰਗਾ ਕਿ ਬ੍ਰਾਹਮਣ ਨੂੰ ਦੇਸ਼ ਦੇ ਵਿੱਚ ਇੱਕ ਐਸੇ ਆਦਮੀ ਦੀ ਜ਼ਰੂਰਤ ਪਈ ਜਿਹੜਾ RSS ਦਾ ਏਜੰਡਾ ਲਾਗੂ ਕਰ ਸਕੇ ਔਰ ਜਿਹਦਾ ਪਿਛਲਾ ਸਾਰਾ ਇਤਿਹਾਸ RSS ਨਾਲ ਜੁੜਿਆ ਹੀ ਨਾ ਹੋਵੇ। RSS ਦੀਆਂ ਇਤਿਹਾਸਕ ਸਰਗਰਮੀਆਂ ਦੇ ਵਿੱਚ ਉਹਦੀ ਬਹੁਤ ਵੱਡੀ ਭੂਮਿਕਾ ਰਹੀ ਹੋਵੇ। ਤਦ ਉਹਨਾਂ ਨੇ ਬ੍ਰਾਹਮਣ ਵੀ ਛੱਡਿਆ, ਖੱਤਰੀ ਵੀ ਛੱਡਿਆ, ਵੈਸ਼ ਵੀ ਛੱਡਿਆ ਔਰ ਵੈਸ਼ਾਂ ਦੇ ਥੱਲੇ ਜਾ ਕੇ ਇੱਕ ਐਸੇ ਵਿਅਕਤੀ ਦੀ ਚੋਣ ਕੀਤੀ ਜਿਹੜਾ ਆਪਣੇ ਆਪ ਨੂੰ ਪਛੜੀ ਜਾਤੀ ਦਾ ਕਹਿੰਦਾ ਰਿਹਾ। ਔਰ ਇਹ ਗੱਲ ਤੁਹਾਡੇ ਸਮਝਣ ਵਾਲੀ ਹੈ ਕਿ ਨਰਿੰਦਰ ਭਾਈ ਮੋਦੀ ਨੂੰ ਉਹਨਾਂ ਨੇ ਬਤੌਰ ਪ੍ਰਧਾਨ ਮੰਤਰੀ ਕਿਉਂ ਚੁਣਿਆ। ਉਹਨਾਂ ਨੂੰ ਕੀ ਜ਼ਰੂਰਤ ਪਈ ਕਿ ਉਹ ਬ੍ਰਾਹਮਣ ਛੱਡਣ, ਜਾਣੀ ਬ੍ਰਾਹਮਣ ਵਰਗ ਨੂੰ ਛੱਡ ਕੇ, ਖੱਤਰੀ ਵਰਗ ਨੂੰ ਛੱਡ ਕੇ ਜਾਂ ਵੈਸ਼ ਵਰਗ ਨੂੰ ਛੱਡ ਕੇ ਉਹਦੇ ਤੋਂ ਥੱਲੇ ਵਾਲੇ ਵਰਗ ਦੇ ਵਿੱਚੋਂ ਇੱਕ ਆਦਮੀ ਚੁਣਨ। ਇਹਦੀ ਜ਼ਰੂਰਤ ਕਿਉਂ ਪਈ? ਕਿਉਂਕਿ ਉਹ ਜਾਣਦੇ ਆ ਕਿ ਜਿਸ ਆਦਮੀ ਦਾ ਸਮੁੱਚਾ ਕਿਰਦਾਰ ਬਹੁਤ ਸਾਰੇ ਦਹਾਕਿਆਂ ਤੋਂ ਬ੍ਰਾਹਮਣ ਦੀਆਂ ਵੈਦਿਕ ਰਸਮਾਂ ਦੀਆਂ, ਉਹਦੇ ਧਰਮ ਦੀਆਂ ਜਿਹੜੀਆਂ ਕਸਵੱਟੀਆਂ ਉਹਨਾਂ ਤੇ ਖਰਾ ਉਤਰਦਾ ਹੈ ਔਰ ਉਹ ਆਦਮੀ ਜਿਹਨੇ ਕਦੇ ਆਪਣਾ ਕਿਰਦਾਰ ਬਦਲਿਆ ਨਹੀਂ ਔਰ ਜਦੋਂ ਵੀ ਉਹਨੂੰ ਮੌਕਾ ਮਿਲਿਆ ਉਹਨੇ ਬਹੁਤ ਜ਼ਬਰਦਸਤ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਈ। ਤਾਂ ਬ੍ਰਾਹਮਣ ਹਮੇਸ਼ਾ ਇਹ ਸੋਚਦਾ ਕਿ ਅਜਿਹੇ ਆਦਮੀ ਨੂੰ ਔਰ ਅਜਿਹੇ ਆਦਮੀ ਤੋਂ ਜਿਉਂਦੇ ਜੀ ਬ੍ਰਾਹਮਣਵਾਦ ਦੀਆਂ ਜੜ੍ਹਾਂ ਪੱਕੀਆਂ ਕਰਵਾਈਆਂ ਜਾਣ। ਔਰ ਇਹਦੀ ਦੂਸਰੀ ਉਦਾਹਰਨ ਕੀ ਹੈ? ਯੂਪੀ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਦੀ ਚੋਣ ਕੀਤੀ, ਬਹੁਤ ਸਾਰੇ ਨਾਂ ਸਾਹਮਣੇ ਆਏ, ਪਰ ਹੌਲੀ 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 ਨਿੱਕੇ ਨਿੱਕੇ ਸੰਕੇਤ ਆਉਣੇ ਸ਼ੁਰੂ ਹੋਏ ਕਿ ਕਿਸੇ ਅਜਿਹੇ ਆਦਮੀ ਦੀ ਆਮਦ ਹੈ ਜਿਹੜਾ RSS ਦੇ ਏਜੰਡੇ ਦੇ ਉੱਤੇ ਖਰਾ ਉਤਰ ਸਕਦਾ ਔਰ ਪੂਰੇ ਜ਼ੋਰ ਜ਼ਬਰ ਨਾਲ ਉਤਰ ਸਕਦਾ। ਇਹ ਖਾਸ ਗੱਲ ਵੇਖਣੀ ਹੁੰਦੀ ਹੈ ਕਿ ਜ਼ੋਰ ਤੇ ਜ਼ਬਰ ਨਾਲ ਉਤਰ ਸਕੇ ਜਿਹੜਾ ਖਰਾ। ਔਰ ਉਹਦੇ ਵਾਸਤੇ ਉਹਨਾਂ ਨੇ ਯੂਪੀ ਨੂੰ ਮੁਕੰਮਲ ਤੌਰ ਤੇ ਬ੍ਰਾਹਮਣੀ ਜੜ੍ਹਾਂ ਮਜ਼ਬੂਤ ਕਰਨ ਵਾਸਤੇ ਔਰ ਉਹ ਇੰਨੀਆਂ ਡੂੰਘੀਆਂ ਕੱਢਣ ਵਾਸਤੇ ਕਿ ਮੁੜ ਕੋਈ ਬਹੁਜਨ ਦਾ ਪਛੜਿਆ ਦਲਿਤ ਮਨੁੱਖ ਯੂਪੀ 'ਚ ਆ ਕੇ ਦੇਸ਼ ਦੀ ਹਾਕਮ ਜਾਤ ਨੂੰ ਵੰਗਾਰ ਨਾ ਸਕੇ। ਤਾਂ ਉਹਨਾਂ ਨੇ ਅਜਿਤ ਜੋਗੀ ਦੀ ਚੋਣ ਕੀਤੀ।
ਮੈਂ ਉਹਨੂੰ ਬ੍ਰਾਹਮਣ ਦੀ ਖੂਬੀ ਮੰਨਦਾ, ਬਹੁਤ ਵੱਡੀ ਖੂਬੀ ਮੰਨਦਾ। ਬ੍ਰਾਹਮਣ ਜਦੋਂ ਚੋਣ ਕਰਦਾ ਤਾਂ ਉਹ ਆਪਣੇ ਇਤਿਹਾਸਕ ਪ੍ਰਸੰਗ ਦੇ ਵਿੱਚੋਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਔਰ ਉਹਨਾਂ ਦੇ ਨਤੀਜੇ ਵੇਖ ਕੇ ਔਰ ਹਰ ਪ੍ਰਕਾਰ ਦਾ ਕਿਰਦਾਰ ਜਿਹੜਾ ਉਹਦੇ ਵਿੱਚ ਫਿੱਟ ਕਰਕੇ ਔਰ ਉਹਦੀਆਂ ਪਿਛਲੇ ਇਤਿਹਾਸਕ ਜਾਂ ਪਿਛਲੇ ਬੀਤੇ ਹੋਏ ਸਮੇਂ 'ਚ ਸਾਰੀਆਂ ਸਰਗਰਮੀਆਂ ਨੂੰ ਪਰਖ ਜੋਗ ਕੇ ਉਹ ਫੈਸਲਾ ਕਰਦਾ ਹੈ ਕਿ ਕੌਣ ਆਦਮੀ ਪੂਰੀ ਯੋਗਤਾ ਨਾਲ ਕੁਝ ਹੀ ਵਰ੍ਹਿਆਂ ਦੇ ਵਿੱਚ ਬ੍ਰਾਹਮਣਵਾਦੀਆਂ ਜੜ੍ਹਾਂ ਪੱਕੀਆਂ ਕਰ ਸਕਦਾ ਹੈ। ਉਹ ਬਹੁਤ ਸੋਚ ਕੇ ਕਰਦਾ ਹੈ। ਔਰ ਜਿੱਥੋਂ ਤੱਕ ਸ਼ੂਦਰ ਵਰਗ ਦਾ ਸਵਾਲ ਹੈ, ਇਹ ਜਾਟ ਹੋਣ, ਜੱਟ ਹੋਣ, ਪਛੜੇ ਹੋਣ ਜਾਂ ਦਲਿਤ ਹੋਣ, ਇਹਨਾਂ ਦਾ ਆਪਣਾ ਕਿਰਦਾਰ ਹੈ ਇੱਕ, ਕਿ ਜੇ ਇਹਨਾਂ ਨੂੰ ਕਿਤੇ ਮੌਕਾ ਮਿਲ ਜਾਏ, ਜਿਵੇਂ ਮਿਲਦਾ ਰਿਹਾ ਪਿਛਲੇ 25-30 ਸਾਲ 'ਚ ਇਹਨਾਂ ਨੂੰ ਮੌਕਾ ਮਿਲਦਾ ਰਿਹਾ, ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਅਜਿਹੇ ਕਿਰਦਾਰ ਨੂੰ ਫਿੱਟ ਕੀਤਾ ਜਾਂਦਾ ਹੈ ਜਿਹੜਾ ਬਹੁਜਨ ਸਮਾਜ ਦੀਆਂ ਜੜ੍ਹਾਂ ਨੂੰ ਖਤਮ ਕਰਦਾ ਹੋਵੇ ਔਰ ਉਹਨਾਂ ਦੀਆਂ ਜੜ੍ਹਾਂ 'ਚ ਤੇਲ ਦਿੰਦਾ ਹੋਵੇ। ਜਾਣੀ ਇੱਕ ਬੜੀ ਅਜੀਬ ਖੇਡ ਹੈ ਕਿ ਬ੍ਰਾਹਮਣ ਦਾ ਕਿਰਦਾਰ ਜਾਂ ਬ੍ਰਾਹਮਣ ਦੀ ਸੋਚ, ਬ੍ਰਾਹਮਣ ਦੀ ਸਮਝ ਇਸ ਗੱਲ ਦੇ ਵਿੱਚ ਖੜੀ ਰਹਿੰਦੀ ਹੈ ਕਿ ਕੌਣ ਆਦਮੀ ਇਸੇ ਜਨਮ 'ਚ ਲੋਕਾਂ ਦੇ ਸਾਹਮਣੇ ਬ੍ਰਾਹਮਣਵਾਦੀਆਂ ਜੜ੍ਹਾਂ ਪੱਕੀਆਂ ਕਰ ਸਕਦਾ ਹੈ, ਉਹਨੂੰ ਮੌਕਾ ਦਿੱਤਾ ਜਾਂਦਾ ਹੈ। ਅਗਰ ਕੋਈ ਫੇਲ ਹੋ ਜਾਵੇ ਤਾਂ ਉਹਨੂੰ ਦੁਬਾਰਾ ਮੌਕਾ ਨਹੀਂ ਦਿੱਤਾ ਜਾਂਦਾ। ਜਿੱਥੋਂ ਤੱਕ ਸ਼ੂਦਰ ਵਰਗ ਦਾ ਸਵਾਲ ਹੈ, ਤੁਸੀਂ ਕਿਤੇ ਵੀ ਕਿਸੇ ਨੂੰ ਪਰਖ ਕੇ ਵੇਖ ਲਓ, ਚਾਹੇ ਉਹ ਯੂਪੀ ਦੇ ਵਿੱਚ ਹੋਵੇ, ਚਾਹੇ ਉਹ ਪੰਜਾਬ ਦੇ ਵਿੱਚ ਹੋਵੇ, ਜਾਂ ਕਿਸੇ ਹੋਰ ਸੂਬੇ 'ਚ ਦੇਖੋ, ਤੁਸੀਂ ਇਹੋ ਜਿਹਾ ਆਦਮੀ ਫਿੱਟ ਕੀਤਾ ਜਾਏਗਾ ਜਿਹੜਾ ਬਹੁਜਨ ਦੀਆਂ ਜੜ੍ਹਾਂ ਕੁਤਰੇਗਾ, ਜਿਹੜਾ ਬਹੁਜਨ ਦੀਆਂ ਜੜ੍ਹਾਂ ਹੀ ਇਕੱਲੀਆਂ ਨਹੀਂ ਕੁਤਰੇਗਾ, ਜੜ੍ਹਾਂ 'ਚ ਤੇਲ ਵੀ ਭਰੇਗਾ ਔਰ ਅਜਿਹੇ ਹਾਲਤ ਪੈਦਾ ਕਰ ਦੇਗਾ ਕਿ ਕੋਈ ਆਦਮੀ ਉਹਦੇ ਮਗਰੋਂ ਵੀ ਆਵੇ, ਉਹ ਵੀ ਪੈਰ ਨਾ ਜਮਾ ਸਕੇ, ਜਾਂ ਫਿਰ ਉਹ ਇਹੋ ਜਿਹੇ ਲੋਕਾਂ ਨੂੰ ਮੌਕਾ ਦੇ ਕੇ ਜਾਏਗਾ ਜਿਹੜਾ ਬ੍ਰਾਹਮਣ ਦਾ ਏਜੰਡਾ ਲਾਗੂ ਕਰਨਗੇ। ਪੰਜਾਬ ਦੇ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਐਸੇ ਲੋਕਾਂ ਨੂੰ, ਐਸੇ ਸਿੱਖ ਲੋਕਾਂ ਨੂੰ ਵਾਰ-ਵਾਰ ਅੱਗੇ ਲਿਆਂਦਾ ਗਿਆ ਜਿਨ੍ਹਾਂ ਨੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਔਰ ਸਿੱਖ ਧਰਮ ਦੀਆਂ ਜੜ੍ਹਾਂ ਜਿਹੜੀਆਂ ਉਹਨਾਂ 'ਚ ਤੇਲ ਦਿੱਤਾ। ਇਹੀ ਯੂਪੀ 'ਚ ਹੋਇਆ, ਇਹੀ ਬਿਹਾਰ 'ਚ ਹੋਇਆ। ਚਾਹੇ ਉਹ ਮੁਲਾਇਮ ਸਿੰਘ ਹੈ, ਔਰ ਜੇ ਤੁਸੀਂ ਮੈਨੂੰ ਆਗਿਆ ਦਿਓ ਇਹ ਗੱਲ ਬੋਲਣ ਦੀ, ਤਾਂ ਮੈਂ ਮਾਇਆਵਤੀ ਦੇ ਰਾਜ ਨੂੰ ਉਹਦੇ 'ਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਬਾਕੀ ਸਾਰੇ ਰਾਜ ਨੂੰ, ਜਾਣੀ ਜਿੰਨਾ ਚਿਰ ਉਹਨੇ ਸੱਤਾ 'ਚ ਕੰਮ ਕੀਤਾ, ਤਾਂ ਮੈਂ ਇਸ ਗੱਲ ਦਾ ਨਿਰਣਾ ਕਰਨਾ ਹੈ ਕਿ ਉਹਦੀ ਸੱਤਾ ਦੇ ਵਿੱਚ ਬ੍ਰਾਹਮਣਵਾਦ ਦੀਆਂ ਜੜ੍ਹਾਂ ਪੱਕੀਆਂ ਹੋਈਆਂ ਔਰ ਬਹੁਜਨ ਦੀਆਂ ਜੜ੍ਹਾਂ ਖੋਖਲੀਆਂ ਹੋਈਆਂ, ਔਰ ਉਹ ਇੰਨੀਆਂ ਖੋਖਲੀਆਂ ਹੋਈਆਂ ਕਿ ਪੂਰੇ ਭਾਰਤ ਦੇ ਵਿੱਚੋਂ ਬਹੁਜਨ ਦੀ ਸੋਚ ਆ ਜਿਹੜੀ, ਉਹਦਾ ਭਾਂਡਾ ਮੂਧਾ ਵੱਜ ਗਿਆ। ਮੁਲਾਇਮ ਸਿੰਘ ਨੇ ਵੀ ਇਹੀ ਕੀਤਾ, ਯੂਪੀ ਦੇ ਵਿੱਚ ਲਾਲੂ ਪ੍ਰਸਾਦ ਨੇ ਵੀ ਇਹੀ ਕੀਤਾ। ਪਰ ਪਿਛਲੀਆਂ ਚੋਣਾਂ 'ਚ ਸ਼ਰਦ ਯਾਦਵ, ਲਾਲੂ ਪ੍ਰਸਾਦ ਤੇ ਨਿਤੀਸ਼ ਕੁਮਾਰ ਨੂੰ, ਤਿੰਨਾਂ ਨੂੰ ਇਹ ਗੱਲ ਦੀ ਸਮਝ ਲੱਗੀ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੁਛ ਕੀਤਾ ਹੈ ਉਹ ਬ੍ਰਾਹਮਣਵਾਦੀਆਂ ਜੜ੍ਹਾਂ ਪੱਕੀਆਂ ਕਰਨ ਵਾਲਾ ਸੀ
ਔਰ ਭੋਜਨ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲਾ ਸੀ। ਤਾਂ ਉਹਨਾਂ ਨੇ ਨਵਾਂ ਪੈਂਤਰਾ ਅਖਤਿਆਰ ਕੀਤਾ। ਨਵੇਂ ਢੰਗ ਨਾਲ ਉਹਨਾਂ ਨੇ ਇੱਕ ਦੂਜੇ ਦੇ ਨਾਲ ਜੁੜ ਕੇ ਔਰ ਬੜੇ ਸਪਸ਼ਟ ਰੂਪ ਦੇ ਵਿੱਚ ਬ੍ਰਾਹਮਣਵਾਦ ਦੇ ਖਿਲਾਫ ਇੱਕ ਫਤਵਾ ਲਿਆ ਲੋਕਾਂ ਤੋਂ। ਔਰ ਅੱਜ ਉਹ ਜੋ ਵੀ ਹਾਲਾਤ ਹੈ ਉਹ ਇੱਕ ਬਿਹਤਰ ਭੂਮਿਕਾ ਦੇ ਵਿੱਚ ਹੈ। ਔਰ ਦੂਜੇ ਪਾਸੇ ਯੂਪੀ 'ਚ ਮੁਲਾਇਮ ਸਿੰਘ ਵੀ ਹਵਾ 'ਚ ਹੋ ਗਿਆ, ਮਾਇਆਵਤੀ ਵੀ ਹਵਾ 'ਚ ਹੋ ਗਈ। ਔਰ ਦੋਨਾਂ ਦੀ ਥਾਂ ਤੇ ਬ੍ਰਾਹਮਣ ਨੇ ਕਬਜ਼ਾ ਕਰ ਲਿਆ। ਔਰ ਬ੍ਰਾਹਮਣ ਨੇ ਕਬਜ਼ਾ ਕਰਦਿਆਂ ਹੀ ਇੱਕ ਅਜਿਹੇ ਬੰਦੇ ਨੂੰ ਯੂਪੀ ਦੀ ਗੱਦੀ ਤੇ ਬਿਠਾਇਆ ਜਿਹੜਾ ਬ੍ਰਾਹਮਣਵਾਦ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਕਰੇਗਾ ਔਰ ਜਿਹੜਾ ਉਹਨਾਂ ਦੀਆਂ ਜੜ੍ਹਾਂ ਨੂੰ ਜਾਲਾ ਲੱਗਿਆ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੇਗਾ ਔਰ ਉਸ ਪੌਦੇ ਨੂੰ, ਉਸ ਬੋੜ ਨੂੰ ਮਜ਼ਬੂਤ ਕਰੇਗਾ ਔਰ ਪੂਰੇ ਜ਼ੋਰ ਤੇ ਜ਼ਬਰ ਨਾਲ ਕਰੇਗਾ, ਡੰਡਾ ਵਰਤਾ ਕੇ ਕਰੇਗਾ। ਗੁਰੂ ਨਾਨਕ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਨਾਨਕ ਉਤਮ ਨੀਚ ਨਾ ਕੋਈ। ਡੰਡੇ ਵਾਲਾ ਸਭ ਕੁਝ ਕਰਦਾ ਹੈ, ਪਰ ਇਹ ਡੰਡਾ ਜਦੋਂ ਸ਼ੂਦਰ ਬੈਠਦਾ ਹੈ ਔਰ ਉਹ ਡੰਡਾ ਆਪਣੇ ਖਿਲਾਫ ਵਰਤਦਾ, ਆਪਣੇ ਲੋਕਾਂ ਦੇ ਖਿਲਾਫ ਵਰਤਦਾ ਔਰ ਆਪਣੇ ਲੋਕਾਂ ਦੇ ਖਿਲਾਫ ਵਰਤਿਆ ਡੰਡਾ ਬ੍ਰਾਹਮਣਵਾਦ ਦੇ ਹੱਕ 'ਚ ਭੁਗਤਦਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਲੋਕ ਜਿਹੜੇ ਚਾਹੇ ਰਾਜਨੀਤੀ ਦੀ ਗੱਲ ਕਰਦੇ ਹਾਂ, ਚਾਹੇ ਸਮਾਜ ਦੀ ਗੱਲ ਕਰਦੇ ਹਾਂ, ਚਾਹੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਚਾਹੇ ਭਗਵਾਨ ਬੁੱਧ ਤੋਂ ਲੈ ਕੇ ਜੋਤੀਰਾਓ ਫੂਲੇ, ਸ਼ਾਹੂ ਛਤਰਪਤੀ, ਪੈਰੀਆਰ ਰਾਮਾ ਸਵਾਮੀ, ਨਾਇਕਰ ਤੱਕ, ਚਾਹੇ ਉਹ ਬਾਮਸੇਵ ਦੇ ਸੰਘਰਸ਼ ਤੱਕ ਗੱਲ ਕਰਦੇ ਹਾਂ, ਤਾਂ ਸਾਡੇ 'ਚੋਂ 90% ਲੋਕ ਹੈ ਜਿਹੜੇ ਉਹਨਾਂ ਦਾ ਕਿਰਦਾਰ ਹੈ ਜਿਹੜਾ ਉਹ ਸਮਾਜ ਦੇ ਹੱਕ 'ਚ ਭੁਗਤਣ ਵਾਲਾ ਨਹੀਂ ਹੁੰਦਾ, ਸਮਾਜ ਦੇ ਖਿਲਾਫ ਜਾਣ ਵਾਲਾ ਹੁੰਦਾ ਹੈ। ਸਮਾਜ ਦੇ ਖਿਲਾਫ ਹੀ ਨਹੀਂ ਜਾਂਦਾ, ਇਹ ਬ੍ਰਾਹਮਣਵਾਦ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਲਾ ਹੁੰਦਾ ਹੈ। ਹੁਣ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਮੇਰੇ ਵੀਰੋ, ਤੁਸੀਂ ਬਹੁਤ ਲੰਬੇ ਸਮੇਂ ਤੋਂ ਇੱਕ ਦੂਜੇ ਨਾਲ ਬੈਠ ਕੇ ਚਰਚਾ ਕਰ ਰਹੇ ਹੋ। ਭਾਵੇਂ ਤੁਸੀਂ, ਮੈਂ ਮੁਕਤਸਰ 'ਚ ਬੈਠਾ, ਤੁਸੀਂ ਅਮਰੀਕਾ 'ਚ ਬੈਠੇ ਹੋ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ ਹੈ, ਪਰ ਅਸੀਂ ਇੱਕ ਮਜਲਿਸ ਦੀ ਤਰ੍ਹਾਂ ਇੱਕ ਸਭਾ ਬਣਾ ਕੇ ਚਰਚਾ ਕਰਦੇ ਹਾਂ। ਉਹ ਸਾਡੀ ਚਰਚਾ ਦੇ ਵਿੱਚ ਕਈ ਵਾਰ ਮੈਂ ਵੇਖਿਆ ਕਿ ਅਸੀਂ ਇਸ ਹੱਦ ਤੱਕ ਆਪਦੀਆਂ ਸਿਆਣਪਾਂ ਘੋਟਣ ਲੱਗ ਜਾਂਦੇ ਹਾਂ, ਇਸ ਹੱਦ ਤੱਕ ਗਾਲੀ ਗਲੋਚ ਕਰਨ ਲੱਗ ਜਾਂਦੇ ਹਾਂ ਕਿ ਅਸੀਂ ਭਰਾਵਾਂ ਦੇ ਜੁੰਡੇ ਫੜ ਕੇ ਉਹਨਾਂ ਨੂੰ ਘੜੀਸਣ ਵਰਗਾ ਕੰਮ ਕਰਦੇ ਹਾਂ। ਜਾਣੀ ਸਾਡੀ ਲਹਿਰ ਦਾ ਮੰਤਵ ਤਾਂ ਪਿੱਛੇ ਹਟ ਜਾਂਦਾ ਹੈ ਔਰ ਅਸੀਂ ਆਪਸ ਵਿੱਚ ਹੀ ਜੁੰਡੋ ਜੁੰਡੀ ਹੋ ਕੇ ਇੱਕ ਦੂਜੇ ਦੇ ਖਿਲਾਫ ਖੜੇ ਹੋ ਜਾਂਦੇ ਹਾਂ ਔਰ ਫਿਰ ਦੁਸ਼ਮਣੀ ਕਰਦੇ ਹਾਂ। ਅਜੇ ਮੈਂ ਬਹੁਤ ਕੁਛ ਬੋਲਣਾ ਚਾਹੁੰਦਾ ਹੈ, ਪਰ ਮੈਂ ਮਿੱਤਰੋ ਇੱਕ ਸੰਦੇਸ਼ ਦੇਣਾ ਚਾਹੁੰਦਾ ਇਹ ਕਿ ਬ੍ਰਾਹਮਣ ਤੋਂ ਸਿੱਖਣਾ, ਬ੍ਰਾਹਮਣ ਨੂੰ ਸਮਝਣਾ, ਬ੍ਰਾਹਮਣ ਦੀਆਂ ਖੂਬੀਆਂ ਨੂੰ ਫੜਨਾ ਕੀ ਇਹ ਸਾਡੀ ਜ਼ਰੂਰਤ ਨਹੀਂ ਹੈ? ਬ੍ਰਾਹਮਣ ਸਾਡੀਆਂ ਕਮਜ਼ੋਰੀਆਂ ਨੂੰ ਫੜਦਾ। ਅਗਰ ਬ੍ਰਾਹਮਣ ਕਮਜ਼ੋਰੀਆਂ ਨੂੰ ਫੜਦਾ ਤਾਂ ਸਾਡਾ ਧੋਬੀ ਪਟੜਾ ਲਵਾ ਦਿੰਦਾ ਉਹ। ਅਗਰ ਅਸੀਂ ਬ੍ਰਾਹਮਣ ਦੀਆਂ ਕਮਜ਼ੋਰੀਆਂ ਨੂੰ ਛੱਡ ਕੇ ਉਹਦੀਆਂ ਖੂਬੀਆਂ ਨੂੰ ਫੜੀਏ ਤਾਂ ਅਸੀਂ ਬ੍ਰਾਹਮਣ ਦਾ ਧੋਬੀ ਪਟੜਾ ਲਵਾ ਸਕਦੇ ਹਾਂ। ਮੈਂ ਫਿਰ ਗੱਲ ਦੁਹਰਾਉਣਾ ਚਾਹੁੰਦਾ ਹੈ ਕਿ ਬ੍ਰਾਹਮਣ ਸ਼ੂਦਰਾਂ ਦੀਆਂ ਕਮਜ਼ੋਰੀਆਂ ਫੜਦਾ ਹੈ ਔਰ ਉਹ ਕਮਜ਼ੋਰੀਆਂ ਉਸੇ ਨਹੀਂ ਪੈਦਾ ਕੀਤੀਆਂ। ਸਾਡੇ ਅੰਦਰ ਜਿੰਨੀਆਂ ਕਮਜ਼ੋਰੀਆਂ ਉਹਦੇ ਸਭ ਤੋਂ ਵੱਡੀ ਭੂਮਿਕਾ ਬ੍ਰਾਹਮਣ ਦੀ ਹੈ। ਸਾਡੀਆਂ ਕਮਜ਼ੋਰੀਆਂ ਦਾ ਇਸਤੇਮਾਲ ਕਰਕੇ ਉਹ
ਸਾਡਾ ਸਾਰਿਆਂ ਦਾ ਵਾਰੀ-ਵਾਰੀ ਧੋਬੀ ਪਟੜਾ ਲਾਉਂਦਾ। ਅਸੀਂ ਆਪਣੀਆਂ ਕਮਜ਼ੋਰੀਆਂ ਜਿਹੜੀਆਂ ਉਹਨਾਂ ਨੂੰ ਸਮਝਦੇ ਹਾਂ। ਅਗਰ ਬ੍ਰਾਹਮਣ ਦੀਆਂ ਖੂਬੀਆਂ ਨੂੰ ਸਮਝਣ ਲੱਗ ਜਾਈਏ, ਬ੍ਰਾਹਮਣ ਦੇ ਵਿੱਚ ਐਸੇ ਕਿਹੜੇ ਗੁਣ ਹੈ ਕਿ ਉਹ ਬੰਦਾ ਸਾਨੂੰ ਲੱਤ ਥੱਲਿਓਂ ਨਿਕਲ ਨਹੀਂ ਦਿੰਦਾ, ਉਹ ਸਾਨੂੰ ਜਾਤੀ ਚੋਂ ਨਿਕਲ ਨਹੀਂ ਦਿੰਦਾ, ਔਰ ਉਹ ਸਾਡਾ ਚੀੜ ਕੱਢੀ ਰੱਖਦਾ ਹੈ। ਤਾਂ ਅਸੀਂ ਉਹਦੀਆਂ ਖੂਬੀਆਂ ਨੂੰ ਸਮਝ ਕੇ, ਮੇਰਾ ਖਿਆਲ ਆ ਉਹਦੀਆਂ ਖੂਬੀਆਂ ਨੂੰ ਸਮਝਣ ਤੋਂ ਬਾਅਦ ਉਹਨੂੰ ਧੋਬੀ ਪਟੜਾ ਲਵਾਇਆ ਜਾ ਸਕਦਾ। ਜਦੋਂ ਤੁਸੀਂ ਚਰਚਾ ਕਰਦੇ ਆ ਤਾਂ ਜ਼ਰੂਰ ਧਿਆਨ 'ਚ ਰੱਖਿਆ ਕਰੋ ਕਿ ਸਾਡੀਆਂ ਕਮਜ਼ੋਰੀਆਂ ਕੀ ਹੈ ਔਰ ਬ੍ਰਾਹਮਣ ਦੀਆਂ ਖੂਬੀਆਂ ਕੀ ਆ। ਕਿਰਨਦੀਪ ਮੈਨੂੰ ਵਾਰ-ਵਾਰ ਕਹਿ ਰਹੀ ਹੈ ਕਿ ਮੈਂ ਰੋਜ਼ ਕੁਛ ਨਾ ਕੁਛ ਬੋਲਿਆ ਕਰਾਂ। ਇਹ ਠੀਕ ਹੈ ਕਿ ਰੋਜ਼ ਬੋਲਿਆ ਜਾ ਸਕਦਾ ਹੈ, ਪਰ ਮੇਰਾ ਖਿਆਲ ਹੈ ਕਿ ਮਹੱਤਵਪੂਰਨ ਵਿਸ਼ਿਆਂ ਤੇ ਬੋਲਣਾ ਔਰ ਉਹਨਾਂ ਵਿਸ਼ਿਆਂ ਤੇ ਬੋਲਣਾ ਜਿਹੜੇ ਵਿਸ਼ਿਆਂ ਨੂੰ ਸਾਡਾ ਆਮ ਆਦਮੀ ਛੂੰਹਦਾ ਨਹੀਂ ਹੈ ਜਾਂ ਆਮ ਆਦਮੀ ਦੀ ਸਮਝ ਨਹੀਂ ਆਉਂਦਾ ਜਾਂ ਉਹ ਬਰੀਕੀਆਂ ਤੱਕ ਨਹੀਂ ਜਾਂਦਾ, ਉਹ ਸੱਤਾ ਤੇ ਵਾਪਰਦੀਆਂ ਘਟਨਾਵਾਂ ਨੂੰ ਵੇਖ ਕੇ ਫੈਸਲੇ ਕਰ ਲੈਂਦਾ ਹੈ। ਧਰਤੀ ਦੇ ਹੇਠ ਵੀ ਜਿਹੜੀਆਂ ਤਰੰਗਾਂ ਛਿੜਦੀਆਂ ਉਹਦੀ ਸਮਝ ਤੋਂ ਬਾਹਰ ਰਹਿੰਦੀਆਂ। ਇਹਨਾਂ ਨੂੰ ਜਾਣਨਾ, ਇਹਨਾਂ ਨੂੰ ਪਛਾਣਨਾ ਔਰ ਇਹਨਾਂ ਦਾ ਨਿਰਣਾ ਕਰਕੇ ਕੁਛ ਬੋਲਣਾ ਉਹ ਜ਼ਿਆਦਾ ਬਿਹਤਰ ਹੁੰਦਾ ਹੈ। ਅੱਜ ਮੈਂ ਬਾਬਾ ਸਾਹਿਬ ਦੇ ਸੰਘਰਸ਼ ਦੇ ਆਖਰੀ ਜਿਹੜਾ ਸੰਘਰਸ਼ ਆ 47 ਤੋਂ ਬਾਅਦ 1950 ਤੱਕ ਉਹ ਕਰਦੇ ਆ, 26 ਜਨਵਰੀ 1950 ਤੱਕ, ਮੈਂ ਉਹਦੇ 'ਤੇ ਚਰਚਾ ਕਰਨੀ ਹੈ। ਔਰ ਇਹਨੂੰ ਤੁਸੀਂ ਆਖਰੀ ਫੇਜ਼ ਕਹੋਗੇ 1 ਤਰੀਕ ਤੋਂ ਲੈ ਕੇ 14 ਤਰੀਕ ਤੱਕ ਦਾ। ਵਿਚਕਾਰ ਵਿਸਾਖੀ ਆ ਗਈ ਔਰ ਗੁਰੂ ਜੀ ਦੀ ਮਹਾਨ ਕ੍ਰਾਂਤੀ ਜਿਹੜੀ ਹੈ, ਖਾਲਸ ਮਨੁੱਖ ਦੀ ਰਚਨਾ, ਉਹਦੇ ਬਾਰੇ ਮੈਨੂੰ 2-3 ਘੰਟੇ ਚਰਚਾ ਕਰਨੀ ਪਈ। ਇਸ ਕਰਕੇ ਮੇਰਾ ਥੋੜਾ ਹੋਰ ਸਮਾਂ 1 ਤਰੀਕ ਤੋਂ ਬਾਬਾ ਸਾਹਿਬ ਦੇ ਜਨਮ ਦਿਨ ਤੱਕ ਜੋ ਅਸੀਂ ਫੈਸਲਾ ਲਿਆ ਸੀ ਚਰਚਾ ਕਰਨ ਦਾ, ਉਹਦੇ 'ਚ ਥੋੜਾ ਜਿਹਾ ਬਾਕੀ ਉਹ ਅੱਜ ਅਸੀਂ ਪੂਰਾ ਕਰ ਲਵਾਂਗੇ। ਤਾਂ ਮੈਂ ਬੇਨਤੀ ਕਰੂੰਗਾ ਕਿ ਸਾਡੇ ਬੱਚੇ ਜਿਹੜੇ ਇੰਜੀਨੀਅਰ ਹੈ, ਰਮਨਿੰਦਰ ਹੈ, ਰਵੇਦੀ ਹੈ ਔਰ ਆਪਣਾ ਰਵਦੀਪ ਹੈ, ਇਹ ਤਿੰਨੇ ਬੱਚੇ ਬਹੁਤ ਕਾਬਲ ਬੱਚੇ ਆ ਸਾਡੇ। ਮੈਂ ਇਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਬਹੁਤ ਪਿਆਰ ਕਰਦਾ। ਜਦੋਂ ਬਾਬਾ ਸਾਹਿਬ ਕਹਿੰਦੇ ਸੀ ਕਿ ਮੈਨੂੰ ਡਾਕਟਰ ਚਾਹੀਦੇ ਹੈ, ਇੰਜੀਨੀਅਰ ਚਾਹੀਦੇ ਹੈ, ਅਧਿਆਪਕ ਚਾਹੀਦੇ ਆ, ਤਾਂ ਉਹਨਾਂ ਦਾ ਮਤਲਬ ਇਹੀ ਸੀ ਕਿ ਜਦ ਯੋਗਤਾ ਪੈਦਾ ਹੋ ਜਾਏਗੀ ਸਾਡੇ 'ਚ ਤਾਂ ਅਸੀਂ ਮੁਕਾਬਲਾ ਕਰ ਸਕਾਂਗੇ। ਤਾਂ ਮੈਂ ਬੱਚਿਆਂ ਤੋਂ ਉਮੀਦ ਕਰੂੰਗਾ ਕਿ ਉਹ 1 ਤਰੀਕ ਤੋਂ ਲੈ ਕੇ ਅੱਜ ਤੱਕ ਸ਼ਾਮ ਤੱਕ ਜਿਹਨੂੰ ਮੈਂ ਮੁਕੰਮਲ ਕਰਨਾ ਹੈ ਉਹਨੂੰ ਇੱਕ CD ਜਾਂ DVD ਦੇ ਵਿੱਚ ਬਦਲ ਦੇਣ। ਇਹ ਟੋਟਲ ਨੂੰ ਇੱਕ ਰੂਪ ਦੇ ਦੇਣ, ਚਾਹੇ ਉਹ 15-16 ਜਿਹੜੇ ਕਲਿੱਪ ਹੈ, ਘੰਟੇ ਦੇ, 1.5 ਘੰਟੇ ਦੇ, ਪੌਣੇ ਘੰਟੇ ਦੇ, ਚਾਹੇ ਉਹਨੂੰ ਅਲੱਗ-ਅਲੱਗ ਰੱਖਣ, ਪਹਿਲਾ ਦਿਨ, ਦੂਜਾ ਦਿਨ, ਤੀਜਾ ਦਿਨ, ਇਸ ਤਰ੍ਹਾਂ 14ਵਾਂ ਦਿਨ ਔਰ ਫਿਰ ਆਖਰੀ ਰੂਪ 15ਵਾਂ ਦਿਨ, ਪਰ ਉਹਨਾਂ ਨੂੰ ਇੱਕੋ ਹੀ CD ਦੇ ਵਿੱਚ ਬਣਾ ਦੇਣ ਤਾਂ ਕਿ ਅਸੀਂ ਉਹਨੂੰ ਪੂਰੇ ਜਿਹੜੇ ਸਾਡੇ ਲੋਕ ਆ ਉਹਨਾਂ ਦੇ ਵਿੱਚ ਭੇਜ ਸਕੀਏ। ਔਰ ਮੈਂ ਬੇਨਤੀ ਕਰੂੰਗਾ ਸੁਖਵਿੰਦਰ ਨੂੰ
ਕਿ ਉਹ ਇਹਦਾ ਹਿੰਦੀ ਰੂਪ ਤਿਆਰ ਕਰੇ। ਉਹ ਸਾਡਾ ਇੱਕ ਵੀਰ, ਮੈਂ ਉਹਦਾ ਨਾਂ ਭੁੱਲ ਗਿਆ, ਮੈਂ ਦੇਖਿਆ ਕਿ ਉਹਨੇ ਅੰਗਰੇਜ਼ੀ 'ਚ ਬੜਾ ਸ਼ਾਨਦਾਰ ਟਰਾਂਸਲੇਸ਼ਨ ਕੀਤਾ ਮੇਰੀ ਗੱਲ ਦਾ। ਇੰਨਾ ਵਧੀਆ ਕੋਈ ਮੇਰੀ ਗੱਲ ਨੂੰ ਟਰਾਂਸਲੇਟ ਨਹੀਂ ਕਰ ਸਕਿਆ ਅੱਜ ਤੱਕ। ਉਹ ਮੇਰੀ ਸ਼ੈਲੀ ਨੂੰ ਸਮਝ ਕੇ ਉਹਨੇ ਟਰਾਂਸਲੇਟ ਕੀਤਾ। ਤਾਂ ਮੈਂ ਉਸ ਵੀਰ ਨੂੰ ਕਹੂੰਗਾ ਕਿ ਅਗਰ ਹੋ ਸਕੇ ਤਾਂ ਇਹ 15 ਦਿਨ ਦਾ ਜਿਹੜਾ ਬਾਬਾ ਸਾਹਿਬ ਦੇ ਜਨਮ ਦਿਨ ਤੱਕ ਜਿਹੜਾ ਇੱਕ ਲੜੀ ਵਿੱਚ ਪ੍ਰੋਗਰਾਮ ਚੱਲਿਆ, ਔਰ ਇਹਨੂੰ ਅੰਗਰੇਜ਼ੀ ਟਰਾਂਸਲੇਟ ਕਰਕੇ ਉਹ ਮੈਨੂੰ ਭੇਜ ਦੇਣ, ਤਾਂ ਮੈਂ ਉਹਦੇ 'ਤੇ ਕਿਉਂਕਿ ਖੁਦ ਮੈਂ ਸੁਣਨਾ ਚਾਹੂੰਗਾ ਪਹਿਲਾਂ, ਤਾਂ ਫਿਰ ਮੈਂ ਉਹਨੂੰ ਆਖਰੀ ਰੂਪ ਦਿਆਂਗਾ। ਔਰ ਇਹਦੇ ਨਾਲ ਹੀ ਮੈਂ ਇਹ ਕਹੂੰਗਾ ਕਿ ਜਿਨ੍ਹਾਂ ਨੇ ਕੋਈ ਵਧੀਆ ਪ੍ਰਤੀਕਰਮ ਕੀਤਾ ਇਹਨਾਂ ਦਿਨਾਂ 'ਚ, ਉਹ ਸਾਰੇ ਪ੍ਰਤੀਕਰਮ ਮੈਂ ਇਕੱਠੇ ਕਰਕੇ ਗਰੁੱਪ ਦੇ ਵਿੱਚ ਭੇਜੇ ਹੋਏ ਆ। ਇਹ ਸਾਡੇ ਬੱਚਿਆਂ ਕੋਲ ਭੇਜੇ ਹੋਏ ਆ। ਤਾਂ ਮੈਂ ਉਹਨਾਂ ਨੂੰ ਵੀ ਕਹੂੰਗਾ, ਬੇਨਤੀ ਕਰੂੰਗਾ ਕਿ ਉਹਨਾਂ ਦੇ ਉਹ ਪ੍ਰਤੀਕਰਮ ਵੀ ਨਾਲ ਦੇਣ। ਅਗਰ ਹੋਰ ਪ੍ਰਤੀਕਰਮ ਮੈਨੂੰ ਜਿਹੜੇ ਦਿਸੇ ਕਿ ਪਾਉਣ ਦੇ ਯੋਗ ਹੈ ਤਾਂ ਉਹ ਵੀ ਮੈਂ ਭੇਜ ਦਿਆਂਗਾ। ਔਰ ਮੈਂ ਕਿਰਨਦੀਪ ਨੂੰ, ਬੱਚੀ ਨੂੰ, ਇੰਨਾ ਕੁ ਤਾਂ ਵਿਸ਼ਵਾਸ ਦਵਾ ਸਕਦਾ ਹੈ ਕਿ ਮੈਂ ਲਗਾਤਾਰ ਬੋਲਦਾ ਰਹਾਂਗਾ ਔਰ ਬਹੁਤ ਮਹੱਤਵਪੂਰਨ ਵਿਸ਼ਿਆਂ 'ਤੇ ਬੋਲਦਾ ਰਹੂੰਗਾ। ਪਰ ਮੈਂ ਇਹ ਵੀ ਚਾਹੂੰਗਾ ਕਿ ਬਹੁਤ ਸਾਰੇ ਸਾਡੇ ਮਿੱਤਰ ਜਿਹੜੇ ਆ, ਉਹਨਾਂ 'ਚ ਜਿਹੜੀ ਬੋਲਣ ਦੀ ਯੋਗਤਾ ਹੈ, ਸਮਝਣ ਦੀ ਯੋਗਤਾ ਹੈ, ਸਮਝਾਉਣ ਦੀ ਯੋਗਤਾ ਹੈ, ਉਹ ਬਹੁਤ ਕਮਾਲ ਦੀ ਹੈ। ਜਿਨ੍ਹਾਂ 'ਚ ਮੈਂ ਵੀਰ ਇੰਦਰਜੀਤ ਸਿੰਘ ਨੂੰ ਇੱਕ ਨੰਬਰ 'ਤੇ ਰੱਖਦਾ ਹਮੇਸ਼ਾ। ਔਰ ਇਹਦੇ ਨਾਲ ਹੀ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਜਿਵੇਂ ਬਿੱਲਾ ਸਿੰਘ ਹੈ, ਇਹ ਸਾਡਾ ਛੋਟਾ ਭਰਾ ਵੀਰ ਬਿੱਲਾ ਸਿੰਘ ਬਹੁਤ ਕਮਾਲ ਦੀ ਸ਼ੈਲੀ ਦੇ ਵਿੱਚ ਉਹ ਡੂੰਘਾਈ ਤੱਕ ਹੋ ਜਾਂਦੇ ਹੈ। ਪਰ ਉਹਨਾਂ ਨੂੰ ਮੇਰੀ ਸਲਾਹ ਹੈ ਕਿ ਉਹ ਹਰ ਗੱਲ ਦੇ ਵਿੱਚ ਵਖਰੇਵਾਂ ਆਪਣੇ ਮਨ 'ਚ ਨਾ ਲਿਆਉਣ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਵਿਸ਼ਿਆਂ ਨੂੰ, ਹਰ ਵਿਸ਼ੇ ਨੂੰ ਛੋਹਣ ਦੀ ਕੋਸ਼ਿਸ਼ ਨਾ ਕਰਨ। ਜਿਹੜਾ ਬਹੁਤ ਮਹੱਤਵਪੂਰਨ ਹੈ ਸਿਰਫ ਉਹਦੇ 'ਤੇ ਚਰਚਾ ਕਰਨਾ, ਕਿਉਂਕਿ ਸਵਾਲ ਕਰਨ ਵਾਲੇ ਆਦਮੀ ਦਾ ਜ਼ੋਰ ਨਹੀਂ ਲੱਗਦਾ। ਸਵਾਲ ਕਰਨ ਵਾਲਾ ਆਦਮੀ ਆਸਾਨੀ ਨਾਲ ਗੋਟੀਆਂ ਸਿੱਟ ਦਿੰਦਾ ਹੈ। ਜਿਹਨੇ ਜਵਾਬ ਦੇਣਾ ਹੁੰਦਾ ਹੈ ਉਹਦੀ ਖੋਪੜੀ ਹਿੱਲ ਜਾਂਦੀ ਆ। ਔਰ ਇਹ ਉਹਨੇ ਦੇਖਣਾ ਹੁੰਦਾ ਹੈ ਕਿ ਮੈਂ ਜੋ ਬੋਲ ਰਿਹਾ ਇਹ ਤਾਂ ਲੰਬੇ ਸਮੇਂ ਤੱਕ ਸਮਾਜ ਦੇ ਕੰਮ ਆਉਣ ਵਾਲੀ ਚੀਜ਼ ਹੋਣੀ ਚਾਹੀਦੀ ਹੈ। ਔਰ ਮੈਂ ਵੀਰ ਬਿੱਲਾ ਸਿੰਘ ਨੂੰ ਬੇਨਤੀ ਕਰੂੰਗਾ ਕਿ ਅੱਗੇ ਤੋਂ ਉਹ ਜਿਹੜਾ ਵੀ ਕੋਈ ਵਿਸ਼ਾ ਉਠਾਵੇ ਉਹਦੇ 'ਤੇ ਚਰਚਾ ਨਾ ਕਰ, ਉਹਦੇ 'ਚੋਂ ਸਿਲੈਕਟ ਕਰੋ ਕਿ ਕਿਹੜੀ ਚੀਜ਼ ਮਹੱਤਵਪੂਰਨ ਹੈ। ਹਰ ਗੱਲ 'ਤੇ ਚਰਚਾ ਨਹੀਂ ਕਰੀਦੀ। ਹਰ ਗੱਲ 'ਤੇ ਚਰਚਾ ਕਰਕੇ ਤੁਸੀਂ ਕਿਸੇ ਕਿਨਾਰੇ ਨਹੀਂ ਲੱਗ ਸਕਦੇ। ਔਰ ਇਸੇ ਤਰ੍ਹਾਂ ਵੀਰ ਬਲਜੀਤ ਹੈ, ਦੁਬਈ ਤੋਂ ਵੀਰ ਬਲਜੀਤ ਅਸਰਵਾ, ਮੈਂ ਵੇਖਿਆ ਕਿ ਉਹ ਉਸ ਬੱਚੇ ਨੇ ਜਿੰਨੇ ਵਾਰੀ ਵੀ ਬੋਲਿਆ ਉਹ ਬੜੀ ਸਹਿਜ ਅਵਸਥਾ 'ਚ ਬੋਲਦਾ ਉਹ, ਔਰ ਬੜੀ ਸ਼ਾਨਦਾਰ ਗੱਲ ਕਰਦਾ। ਇਸੇ ਤਰ੍ਹਾਂ ਕਿਰਨਦੀਪ ਹੈ, ਕਿਰਨਦੀਪ ਦੀ ਸ਼ੈਲੀ, ਕਿਰਨਦੀਪ ਦੀ ਸਮਝ, ਕਿਰਨਦੀਪ ਦਾ ਜਿਹੜਾ ਉਹ ਵਿਸ਼ਾ ਹੈ ਉਹ ਬੜਾ ਮਹੱਤਵਪੂਰਨ ਹੁੰਦਾ ਹੈ। ਬਲਜੀਤ ਮਲੇਸ਼ੀਆ ਨੇ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਗੱਲਾਂ ਉਹਦੇ 'ਤੇ
ਪ੍ਰਤੀਕਰਮ ਸ਼ੁਰੂ ਕੀਤੇ। ਔਰ ਉਹਦੇ ਪ੍ਰਤੀਕਰਮਾਂ ਦੇ ਵਿੱਚ ਮੈਂ ਕੀ ਦੇਖਿਆ ਕਿ ਮੈਂ ਉਹਨਾਂ ਨੂੰ ਕਈ ਵਾਰੀ ਸਲਾਹ ਦਿੱਤੀ ਕਿ ਤੁਸੀਂ ਪ੍ਰਤੀਕਰਮ ਦੇਣ ਲੱਗਿਆ ਆਪਣੇ ਅੰਦਰੋਂ ਜਿਹੜੇ ਸ਼ਬਦ ਹੈ ਉਹਨੂੰ ਕੱਢਣਾ, ਮੇਰੀ ਗੱਲ ਨੂੰ ਘੱਟ ਦੁਹਰਾਉਣਾ ਹੈ ਔਰ ਉਸ ਗੱਲ ਨੂੰ ਬਲ ਜ਼ਰੂਰ ਜ਼ਿਆਦਾ ਦੇਣਾ ਹੈ। ਦੁਹਰਾਉਣ ਨਾਲ ਬਲ ਨਹੀਂ ਮਿਲਦਾ, ਦੁਹਰਾਓ ਘੱਟ ਹੋਣਾ ਚਾਹੀਦਾ ਹੈ। ਔਰ ਗੱਲ ਨੂੰ ਬਲ ਦੇਣ ਵਾਸਤੇ ਨਵੇਂ ਸ਼ਬਦ ਤੇ ਨਵੇਂ ਵਾਕ ਆ ਜਿਹੜੇ, ਜਾਂ ਨਵੀਂ ਸਿਆਣਪ ਦੀ ਜ਼ਿਆਦਾ ਜ਼ਰੂਰਤ ਪੈਂਦੀ ਆ। ਇਸ ਮਸਲੇ ਦੇ ਵਿੱਚ ਤੁਸੀਂ ਵੀਰ ਇੰਦਰਜੀਤ ਸਿੰਘ ਨੂੰ ਸੁਣੋ, ਧਿਆਨ ਨਾਲ ਸੁਣੋ, ਤੁਹਾਨੂੰ ਆਸਾਨੀ ਨਾਲ ਗੱਲ ਸਮਝ ਪਏਗੀ। ਇਸੇ ਤਰ੍ਹਾਂ ਕਦੇ ਕਦੇ ਦੇਸਰਾਜ ਜਰਮਨ ਉਹ ਬੜੀ ਟਿਕਾ ਕੇ ਗੱਲ ਕਰਦਾ ਹੈ, ਔਰ ਅਸ਼ੋਕ ਲੱਦੜ ਬਹੁਤ, ਮੈਂ ਵੇਖਿਆ ਕਿ ਉਸ ਮਤਲਬ ਅਸ਼ੋਕ ਮੇਰੇ ਤੋਂ ਬਹੁਤ ਛੋਟਾ ਹੈ, ਪਰ ਮੈਂ ਵੇਖਿਆ ਕਿ ਉਹਦੀ ਪਕੜ ਬਹੁਤ ਹੈ। ਜਿਹੜੀਆਂ ਗੱਲਾਂ ਮੈਨੂੰ 25 ਸਾਲ ਪੁਰਾਣੀਆਂ ਚੇਤੇ ਤੱਕ ਨਹੀਂ ਹੁੰਦੀਆਂ, ਉਹਨੂੰ ਯਾਦ ਹੈ। ਜਾਣੀ 20-25 ਸਾਲ ਪਹਿਲਾਂ ਮੇਰੀ ਗੱਲ ਜਿਹੜੀ ਪੜ੍ਹੀ ਜਾਂ ਸੁਣੀ ਆ ਉਹਨੇ, ਉਹਨੂੰ ਯਾਦ ਹੈ। ਔਰ ਮੈਂ ਹੈਰਾਨ ਹੁੰਦਾ ਜਦੋਂ ਮੇਰੇ ਨਾਲ ਵਾਰਤਾ ਕਰਦੇ ਆ ਉਹ, ਤਾਂ ਮੈਨੂੰ ਉਹ ਪੁਰਾਣੀਆਂ ਗੱਲਾਂ ਜਿਵੇਂ ਦੁਹਰਾਉਂਦੇ ਆ ਤਾਂ ਮੈਨੂੰ ਚੇਤੇ ਆ ਜਾਂਦੀਆਂ। ਔਰ ਉਹਦੇ ਕਹਿਣ ਦਾ, ਉਹ ਵਜਨਦਾਰ ਗੱਲ ਕਰਨ ਦਾ ਇੱਕ ਸ਼ਾਨਦਾਰ ਢੰਗ ਹੈ। ਬੇਸ਼ੱਕ ਮੈਂ ਉਹਨਾਂ ਨੂੰ ਇਸ ਗੱਲ ਤੋਂ ਰੋਕਿਆ ਕਿ ਕੁਝ ਸ਼ਬਦ ਦੁਹਰਾਏ ਨਹੀਂ ਜਾਣੇ ਚਾਹੀਦੇ, ਵਾਰ-ਵਾਰ ਸ਼ਬਦ ਨਾ ਦੁਹਰਾਓ ਕਿ ਉਹਦਾ ਸਵਾਦ ਮਾਰਿਆ ਜਾਏ। ਇਸੇ ਤਰ੍ਹਾਂ ਕਦੇ ਕਦੇ ਦੀਪਕ ਸਰੋਆ ਔਰ ਕਦੇ ਕਦੇ ਰਣਜੀਤ ਵਿਰਦੀ ਉਹ ਵਿਸ਼ੇ ਦੀ ਪਕੜ ਕਰਦੇ ਆ। ਰਾਮ ਪ੍ਰਕਾਸ਼ ਮੰਗੂਵਾਲ, ਪ੍ਰਿੰਸੀਪਲ ਜੋਗਿੰਦਰ ਸਿੰਘ, ਵੀਰ ਬਖਸ਼ੀ ਰਾਮ ਸਾਡੇ ਵੱਡੇ ਵੀਰ, ਔਰ ਇਹਨਾਂ ਦੇ ਵਿੱਚ ਇੱਕ ਖਾਸ ਸਾਡਾ ਵੀਰ ਹੈ ਹਰਦਾਸਪੁਰੀ। ਹੁਣ ਹਰਦਾਸਪੁਰੀ ਨੂੰ ਤੁਸੀਂ ਪੂਰੇ ਧਿਆਨ ਨਾਲ ਸੁਣੋ ਤਾਂ ਮੇਰਾ ਖਿਆਲ ਹੈ ਬਈ ਕੋਈ ਕਸਰ ਬਾਕੀ ਨਹੀਂ ਛੱਡਦਾ। ਉਹ ਜਿਸ ਵਿਸ਼ੇ ਨੂੰ ਪੜ੍ਹ ਲੈਣਾ ਉਹਨੇ, ਉਹਨੂੰ ਪੂਰੀ ਉਹਦੇ ਨਾਲ ਇਨਸਾਫ ਕਰ ਦਿਓ। ਤੁਸੀਂ ਸਾਰਿਆਂ ਨੇ ਇਹ ਸੋਚਣਾ, ਤੁਸੀਂ ਸਾਰਿਆਂ ਨੇ ਇਨਸਾਫ ਕਰਨਾ ਹੈ, ਆਪਣੇ ਵਿਸ਼ੇ ਨਾਲ ਇਨਸਾਫ ਕਰਨਾ। ਜਿਨ੍ਹਾਂ ਦਾ ਨਾਂ ਲਿਆ ਮੈਂ ਜਾਂ ਜਿਨ੍ਹਾਂ ਦਾ ਨਹੀਂ ਨਾਂ ਲਿਆ ਸਕਿਆ, ਤੁਸੀਂ ਸਾਰਿਆਂ ਨੇ ਇਨਸਾਫ ਕਰਨਾ ਹੈ। ਔਰ ਇਹ ਸੋਚ ਕੇ ਚੱਲਣਾ ਹੈ ਕਿ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਲੜਾਈ ਕਮਜ਼ੋਰ ਨਹੀਂ ਪੈਣੀ ਚਾਹੀਦੀ। ਉਹਨੂੰ ਮਜ਼ਬੂਤ ਕਰਨਾ ਤਾਂ ਖੁਦ ਨੂੰ ਮਜ਼ਬੂਤ ਕਰਨਾ ਪਏਗਾ। ਮੇਰੇ ਵੀਰੋ, ਮੈਂ 50 ਸਾਲ 'ਚ ਜੋ ਸਿੱਖਿਆ ਹੈ, ਜੋ ਖਜ਼ਾਨਾ ਇਕੱਠਾ ਕੀਤਾ ਹੈ, ਔਰ ਉਸ ਖਜ਼ਾਨੇ ਨੂੰ ਮੈਂ ਲੜੀਵਾਰ ਕਰਕੇ ਤੁਹਾਡੀ ਭੇਟਾ ਕਰਿਆ। ਮੇਰੇ ਪੁਰਖਿਆਂ ਨੇ ਮੈਨੂੰ ਇੱਕ ਖਜ਼ਾਨਾ ਦਿੱਤਾ ਹੈ, ਪਿਓ ਦਾਦੇ ਕਾ ਖਜ਼ਾਨਾ। ਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਕਿ ਪਿਓ ਦਾਦੇ ਦਾ ਖਜ਼ਾਨਾ ਹੈ। ਜਾਂ ਗੁਰੂ ਅਰਜਨ ਕਹਿੰਦੇ ਆ, ਸੰਤਨ ਮੋਕੋ ਪੂੰਜੀ ਸੌਂਪੀ, ਸੰਤਨ ਸਿਓ ਵਿਵਹਾਰਾ। ਜਾਣੀ ਮੇਰੇ ਗੁਰੂ ਸਤਿਗੁਰਾਂ ਨੇ ਮੈਨੂੰ ਪੂੰਜੀ ਸੌਂਪੀ ਹੈ, ਔਰ ਉਹ ਪੂੰਜੀ ਮੈਂ ਤੁਹਾਨੂੰ ਵੰਡ ਰਿਹਾ। ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਸਤਿਗੁਰੂ ਕਬੀਰ ਦਾ ਸ਼ਬਦ ਹੈ। ਤੁਸੀਂ ਆਪਣੇ ਆਪ ਨੂੰ ਸ਼ਬਦਾਂ ਨਾਲ ਇਸ ਤਰ੍ਹਾਂ ਇੱਕਮਿਕ ਕਰੋ, ਔਰ ਤੁਸੀਂ ਆਪਣੀ ਰੂਹ ਦੇ ਵਿੱਚ ਉੱਠੋ, ਆਪਣੇ ਹਿਰਦੇ 'ਚ ਉੱਠੋ। ਤੁਹਾਡੇ ਅੰਦਰੋਂ ਦਰਦ, ਉਹ ਪੀੜਾ, ਉਹ ਜਗਿਆਸਾ ਹੋਣੀ ਚਾਹੀਦੀ ਹੈ ਜਿਹੜੀ ਕ੍ਰਾਂਤੀ ਬਣਦੀ ਹੈ। ਜਦੋਂ ਹੀ ਤੁਸੀਂ ਸ਼ਬਦਾਂ ਨੂੰ ਘੜ ਬਣਾ ਕੇ ਪੇਸ਼ ਕਰੋਗੇ
ਔਰ ਤੁਹਾਡਾ ਹਿਰਦਾ ਉਹਦੇ ਨਾਲ ਜੁੜਿਆ ਨਹੀਂ ਹੋਏਗਾ ਤਾਂ ਉਹ ਸ਼ਬਦ ਅਸਰਦਾਰ ਨਹੀਂ ਹੋਣਗੇ। ਸੋ ਮੇਰੇ ਵੀਰੋ, ਮੈਂ ਅੱਜ ਦੀ ਇਸ ਗੱਲ ਜਿਹੜੀ ਹੈ ਇਹਦੇ ਤੇ ਇਹਨੂੰ ਸਮਾਪਤ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਕਿ ਤੁਸੀਂ ਮੇਰੀ ਬਾਤ ਨੂੰ, ਮੇਰੀ ਗੱਲ ਨੂੰ ਬੜੀ ਗੌਰ ਨਾਲ ਸੁਣਦੇ ਹੋ ਔਰ ਫਿਰ ਉਹਦੇ ਤੇ ਅੱਛਾ ਪ੍ਰਤੀਕਰਮ ਕਰਦੇ ਹੋ। ਮੈਂ ਤੁਹਾਡਾ ਧੰਨਵਾਦੀ ਵੀ ਹਾਂ। ਔਰ ਮੈਂ ਅੱਜ ਬਾਬਾ ਸਾਹਿਬ ਦੇ ਸੰਘਰਸ਼ ਦੇ ਆਖਰੀ ਪੜਾਅ ਨੂੰ ਸ਼ਾਮ ਤੱਕ ਪੂਰਾ ਕਰਾਂਗਾ। ਰਜਾ ਲੈਂਦਾ ਹੈ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।